ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਵਾਪਰੀਆਂ ਘਟਨਾਵਾਂ ਜਿਵੇਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਰਗੀ ਘਟਨਾ ਬਹੁਤ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਕਿਸਾਨ ਸਮਰਥਕਾਂ ਲਈ ਇੱਕ ਬਹੁਤ ਵੱਡਾ ਸ਼ੌਕ ਬਣ ਗਈ ਹੈ। ਬਹੁਤ ਸਾਰੇ ਲੋਕਾਂ ਦਾ ਹੁਣ ਇਹ ਮੰਨਣਾ ਹੈ ਕਿ ਇਸ ਨਾਲ ਜਿਹੜਾ ਕਿਸਾਨ ਅੰਦੋਲਨ ਹੈ ਉਹਦੀ ਬਿਲਕੁਲ ਦਿਸ਼ਾ ਹੀ ਤਬਦੀਲ ਹੋ ਜਾਵੇਗੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਦੇ ਨਾਲ ਕਿਸਾਨ ਅੰਦੋਲਨ ਹੋਰ ਵੀ ਮਜ਼ਬੂਤ ਹੋ ਸਕਦਾ ਹੈ ਕਿਉਂਕਿ ਉਹਦੇ ਵਿੱਚ ਇੱਕ ਡਿਫਰੈਂਟ ਡਾਇਰੈਕਸ਼ਨਸ ਕਲੀਅਰ ਹੋ ਗਈਆਂ ਨੇ, ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਜਿਹੜੇ ਅੰਦੋਲਨ ਹੈ ਉਹਨੂੰ ਸੱਟ ਵੀ ਲੱਗ ਸਕਦੀ ਹੈ। ਸੋ ਬਹੁਤ ਸਾਰੇ ਇਹਦੇ ਪਹਿਲੂ ਨਿਕਲ ਕੇ ਸਾਹਮਣੇ ਆਏ ਨੇ ਤੇ ਆਉਂਦੇ ਰਹਿਣਗੇ ਤੇ ਉਹਨਾਂ ਵਿੱਚੋਂ ਕੁਝ ਕੁ ਬਾਰੇ ਅੱਜ ਆਪਾਂ ਚਰਚਾ ਕਰਦੇ ਹਾਂ, ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਐਕਸਪਲੋਰ ਕਰਦੇ ਹਾਂ। ਸੋ ਸ਼ਮੀਲ ਜੀ, ਜਿਹੜੀਆਂ ਇਹ ਘਟਨਾਵਾਂ ਹੋਈਆਂ ਨੇ ਦਿੱਲੀ ਦੇ ਵਿੱਚ ਬਹੁਤ ਅਨਐਕਸਪੈਕਟਿਡ ਸੀਗੀਆਂ, ਕਿੰਨੀਆਂ ਕਿ ਕਰੂਸ਼ਲ ਡਿਵੈਲਪਮੈਂਟਸ ਨੇ ਤੁਸੀਂ ਸਮਝਦੇ ਹੋ ਇਹਨਾਂ ਨੂੰ? ਦੇਖੋ ਤਾਂ ਵਿੱਚ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ। ਕੁਝ ਦੋਸਤ ਦੇਖਦੇ ਨੂੰ ਕੰਪੈਰੀਜ਼ਨ ਕਰਦੇ ਨੇ ਵੀ ਪਹਿਲਾਂ ਹਰਿਆਣਾ 'ਚ ਜਾਟਾਂ ਦਾ ਅੰਦੋਲਨ ਹੋਇਆ ਸੀ, ਬਹੁਤ ਹਿੰਸਾ ਹੋਈ ਸੀ, ਬਹੁਤ ਚੀਜ਼ਾਂ ਨੂੰ ਅੱਗ ਲਾਈ ਗਈ ਸੀ, ਬਹੁਤ ਜ਼ਿਆਦਾ ਜਿਹੜਾ ਹੈ ਉਸ ਦੀ ਆਲੋਚਨਾ ਹੋਈ ਸੀ ਜੀ। ਜਾਂ ਕਈ ਕਹਿੰਦੇ ਨੇ ਕਿ ਜਦੋਂ ਰਾਮ ਮੰਦਿਰ ਅੰਦੋਲਨ ਹੈ ਉਦੋਂ ਕਿੰਨੀ ਭੀੜ ਨੇ ਹਿੰਸਾ ਕੀਤੀ ਬਹੁਤ ਵਾਇਲੈਂਸ ਹੋਈ ਸੀ ਜੀ। ਤੇ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਦਾ ਹਵਾਲਾ ਦਿੰਦੇ ਕਿ ਉਹਨਾਂ ਨਾਲ ਜੇ ਕੰਪੇਅਰ ਕਰੀਏ ਤਾਂ ਕੁਝ ਵੀ ਗੱਲ ਨਹੀਂ ਹੋਈ, ਬਹੁਤ ਉਹਨਾਂ ਦੇ ਮੁਕਾਬਲੇ ਬਹੁਤ ਛੋਟੀਆਂ ਗੱਲਾਂ ਨੇ, ਨਾਲੇ ਖਾਸ ਕਰਕੇ ਜਦੋਂ ਇੰਨੇ ਲੋਕ ਹੋਣ। ਸੋ ਇੱਕ ਤਾਂ ਨਜ਼ਰੀਆ ਇਹ ਹੈ, ਪਰ ਦੂਸਰਾ ਨਜ਼ਰੀਆ ਇਹ ਹੈ ਕਿ ਕਈ ਵਾਰ ਕੌਨਟੈਕਸਟ ਦੇਖਣਾ ਪੈਂਦਾ। ਜਿਹੜੀਆਂ ਪੁਰਾਣੀਆਂ ਅੰਦੋਲਨਾਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਫਿਰ ਉਹਨਾਂ ਦੀ ਮਹਿਮਾ ਵੀ ਕਿੰਨੀ ਕੁ ਹੈ। ਹਾਂਜੀ, ਇਸ ਅੰਦੋਲਨ ਦੀ ਇੱਜ਼ਤ ਤੇ ਪਛਾਣ ਹੀ ਇਸ ਕਰਕੇ ਬਣੀ ਸੀ ਕਿ ਇਹਨੇ ਆਪਣੇ ਸਟੈਂਡਰਡ ਡਿਫਰੈਂਟ ਸੈੱਟ ਕੀਤੇ ਸੀ। ਬੇਸ਼ੱਕ ਹਰਿਆਣਾ ਦੇ ਜਾਟਾਂ ਦੇ ਅੰਦੋਲਨ ਨੂੰ ਉਨੀ ਹਮਾਇਤ ਨਹੀਂ ਸੀ ਮਿਲੀ, ਰਾਮ ਮੰਦਿਰ ਅੰਦੋਲਨ ਨੂੰ ਵੀ ਕੋਈ ਤਰ੍ਹਾਂ ਦੀ ਹਮਾਇਤ ਨਹੀਂ ਸੀ ਮਿਲੀ। ਇਸ ਅੰਦੋਲਨ ਨੂੰ ਹਮਾਇਤ ਹੀ ਇਸ ਕਰਕੇ ਇੰਨੀ ਮਿਲ ਰਹੀ ਸੀ ਕਿ ਇਸ ਨੇ ਇੱਕ ਡਿਫਰੈਂਟ ਮਾਹੌਲ ਪੈਦਾ ਕੀਤਾ ਔਰ ਇਹਦੇ ਸਟੈਂਡਰਡਸ ਡਿਫਰੈਂਟ ਸੀਗੇ। ਸੋ ਇੱਕ ਤਾਂ ਉਸ ਹਿਸਾਬ ਨਾਲ ਇਹਨੂੰ ਦੇਖਿਆ ਜਾ ਰਿਹਾ ਕਿ ਜੋ ਮਰਿਆਦਾ ਸੈੱਟ ਕੀਤੀ ਸੀ, ਜੋ ਡਿਸਪਲਿਨ ਕਰਕੇ ਇਹ ਅੰਦੋਲਨ ਜਾਣਿਆ ਜਾਂਦਾ ਸੀ, ਉਹਨੂੰ ਇਹਨੇ ਵਾਇਲੇਟ ਕੀਤਾ, ਤਾਂ ਕਰਕੇ ਵੱਡੀ ਲੱਗਦੀ ਹੈ। ਦੂਜਾ ਇੱਕ ਹੋਰ ਵੀ ਚੀਜ਼ ਹੈ, ਇਹ ਹੈ ਕਿ ਜਿਹੜਾ ਹੁਣ ਕੌਨਟੈਕਸਟ ਹੈ, ਜਿਸ ਕੌਨਟੈਕਸਟ ਦੇ ਵਿੱਚ ਤੁਸੀਂ ਇਹ ਅੰਦੋਲਨ ਚੱਲ ਰਿਹਾ, ਜਿਸ ਤਰ੍ਹਾਂ ਦੀ ਸਰਕਾਰ ਨਾਲ ਤੁਸੀਂ ਡੀਲ ਕਰ ਰਹੇ ਹੋ, ਫਿਰ ਜਿਸ ਤਰ੍ਹਾਂ ਦਾ ਮੀਡੀਆ 'ਤੇ ਪੂਰਾ ਕੰਟਰੋਲ ਹੈ ਜੀ ਇੰਡੀਆ ਦਾ, ਤੁਹਾਡੇ ਕੋਲ ਆਪਣੀ ਗੱਲ ਕਹਿਣ ਲਈ ਵੀ ਜਿਹੜੇ ਮੌਕੇ ਬਹੁਤ ਥੋੜ੍ਹੇ ਨੇ, ਉਸ ਸਿਚੁਏਸ਼ਨ 'ਚ ਹੋਰ ਵੀ ਜ਼ਿਆਦਾ ਕੇਅਰਫੁਲ ਹੋਣ ਦੀ ਲੋੜ ਸੀ। ਕੋਈ ਛੋਟੀ ਜਿਹੀ ਗੱਲ ਹੀ ਜਿਹੜਾ ਹੈ ਤੁਹਾਡੇ ਸਾਰੇ ਕੀਤੇ ਕਿਰਾਏ ਤੇ ਪਾਣੀ ਫੇਰ ਸਕਦੀ। ਜਿਵੇਂ ਐਗਜ਼ਾਮਪਲ ਹੀ ਹੈ, ਹੁਣ ਇੰਨਾ ਵੱਡੀ ਜਿਹੜੀ ਟਰੈਕਟਰ ਰੈਲੀ ਹੋਈ, ਜਿਹੜੀ ਕਿ ਮਿਸਾਲੀ ਹੈ, ਤੁਸੀਂ ਮੇਨ ਸਟ੍ਰੀਮ ਮੀਡੀਆ ਕਹਿ ਲਓ ਜਾਂ ਸੋਸ਼ਲ ਮੀਡੀਆ ਕਹਿ ਲਓ, ਮੈਨੂੰ ਦੱਸੋ ਕਿੱਥੇ ਉਸ ਰੈਲੀ ਦੀਆਂ ਫੋਟੋਆਂ ਦੇਖ ਰਹੇ ਹੋ? ਸਾਰੇ ਪਾਸੇ ਈਵਨ ਸੋਸ਼ਲ ਮੀਡੀਆ 'ਤੇ ਲਾਲ ਕਿਲ੍ਹੇ ਵਾਲੀਆਂ ਫੋਟੋਆਂ ਨੇ। ਸੋ ਤੁਹਾਡੀ ਸਾਰੇ ਦੀ ਸਾਰੇ ਮੂਵਮੈਂਟ 'ਤੇ ਇੰਨੀ ਵੱਡਾ ਜਿਹੜਾ ਜਿਸ ਲਈ ਇੰਨਾ ਮਿਹਨਤ ਹੋਈ, ਇੰਨੇ ਲੋਕ ਲੱਗੇ, ਇੰਨਾ ਪੈਸਾ ਖਰਚ ਹੋਇਆ, ਉਹ ਇੱਕ ਕਿਸਮ ਦਾ ਬਿਲਕੁਲ ਹੀ ਰੁਲ ਗਿਆ। ਇੱਕ ਨਿੱਕੇ ਜਿਹੇ ਇਨਸੀਡੈਂਟ ਨੇ ਪੂਰੇ ਨੂੰ ਕੈਪਚਰ ਕਰ ਲਿਆ। ਸੋ ਇਸ ਕਰਕੇ ਇਹ ਸੰਗੀਨ ਹੈ। ਅਦਰਵਾਈਜ਼ ਜੇ ਇਹਨੂੰ ਆਪਾਂ ਉਂਝ ਕਈ ਲੋਕ ਕੰਪੈਰੀਜ਼ਨ ਕਰਨ ਲੱਗ ਜਾਂਦੇ ਨੇ ਜੀ ਪਹਿਲਾਂ ਬਹੁਤ ਹਿੰਸਾ ਹੋਈ ਹੈ, ਗੱਲ ਉਹ ਨਹੀਂ ਹੈ, ਗੱਲ ਕੌਨਟੈਕਸਟ ਦੀ ਹੈ। ਬਿਲਕੁਲ। ਤੇ ਫਿਰ ਇਹਦਾ ਸ਼ਮੀਲ ਜੀ ਹੁਣ ਪ੍ਰਭਾਵ ਦੇ ਤੌਰ 'ਤੇ ਕਿਵੇਂ ਦੇਖਦੇ ਹੋ ਕਿ ਵੀ ਕਿਸਾਨ ਅੰਦੋਲਨ 2 ਮਹੀਨੇ ਤੋਂ ਚੱਲ ਰਿਹਾ, ਸਭ ਨੂੰ ਉਮੀਦ ਸੀ ਕਿ ਵੀ ਮਤਲਬ 26 ਜਨਵਰੀ ਨੂੰ ਬਹੁਤ ਸਭ ਦੀਆਂ ਅੱਖਾਂ ਸੀਗੀਆਂ ਕਿ ਕੀ ਹੁੰਦਾ, ਟਰੈਕਟਰ ਰੈਲੀ ਕਿੱਦਾਂ ਦੀ ਹੁੰਦੀ ਹੈ, ਪਰ ਉਹਦੇ ਵਿੱਚ ਜਿਹੜੇ ਕਿ ਇਹ ਨਿੱਕਾ ਜਿਹਾ ਇੰਸੀਡੈਂਟ ਹੋਇਆ, ਇਹਨੇ ਮੰਨਿਆ ਜਾ ਰਿਹਾ ਕਿ ਇਹਦੀ ਡਾਇਰੈਕਸ਼ਨ ਇੱਕ ਡਿਫਰੈਂਟ ਟਰੈਕ 'ਤੇ ਲੈ ਗਿਆ। ਸੋ ਉਹਦਾ ਕੀ ਪ੍ਰਭਾਵ ਪਏਗਾ ਓਵਰਆਲ ਇਸ ਅੰਦੋਲਨ 'ਤੇ? ਦੇਖੋ, ਦੋ ਗੱਲ ਹੈ ਵੀ ਇੱਕ ਗੱਲ ਤਾਂ ਇਸ ਗੱਲ ਤੋਂ ਤਾਂ ਡਿਨਾਈ ਨਹੀਂ, ਈਵਨ ਕਿਸਾਨ ਲੀਡਰ ਵੀ ਨਹੀਂ ਕਰ ਰਹੇ ਕਿ ਇਹ ਸੈਟਬੈਕ ਹੈ। ਸੈਟਬੈਕ ਉਸ ਸੈਂਸ ਦੇ ਵਿੱਚ ਕਿ ਜਿਸ ਲੈਵਲ 'ਤੇ ਅੰਦੋਲਨ ਸੀਗਾ ਔਰ ਜਿਸ ਕਿਸਮ ਦੀਆਂ ਐਕਸਪੈਕਟੇਸ਼ਨ ਉਹਨੇ ਪੈਦਾ ਕਰ ਦਿੱਤੀਆਂ ਸੀ, ਉਸ ਕੌਨਟੈਕਸਟ ਦੇ ਵਿੱਚ ਇਹ ਸੈਟਬੈਕ ਹੈ। ਤੇ ਔਰ ਇਸ ਸੈਟਬੈਕ ਦਾ ਦੂਸਰਾ ਪਹਿਲੂ ਇਹ ਹੈ ਕਿ ਜਿਹੜੀ ਜਿਸ ਧਿਰ ਨਾਲ ਕਿਸਾਨ ਲੜ ਰਹੇ ਨੇ ਔਰ ਜਿਸ ਕਿਸਮ ਦਾ ਉਹ ਪ੍ਰੋਪੇਗੈਂਡਾ ਮਸ਼ੀਨਰੀ ਹੈ, ਉਹਦੇ 'ਚ ਇਹ ਮਟੀਰੀਅਲ ਜੋ ਪ੍ਰੋਵਾਈਡ ਕੀਤਾ ਕੁਝ ਲੋਕਾਂ ਨੇ, ਇਹ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਵਰਤਿਆ ਜਾਣਾ। ਕਿਉਂਕਿ ਉਹ ਤਾਂ ਸ਼ੁਰੂ ਤੋਂ ਹੀ ਮਤਲਬ ਲੇਬਲ ਲਾਉਣ ਨੂੰ ਫਿਰਦੇ ਸੀ ਕਿ ਤੁਸੀਂ ਹਿੰਸਾ ਕਰਦੇ ਹੋ, ਤੁਹਾਡੇ 'ਚ ਇਹ ਸੈਕਸ਼ਨਸ ਨੇ, ਇੱਦਾਂ ਨੇ, ਤੇ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ, ਤੇ ਡੈਫੀਨੇਟਲੀ ਉਹਨੂੰ ਫਿਊਲ ਕਰਨ ਦਾ। ਦੇਖੋ, ਇਹ ਗੱਲਾਂ ਤੇ ਹੁਣ ਵਾਰ-ਵਾਰ ਕਿਸਾਨ ਲੀਡਰਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਪਏਗਾ ਕਿ ਜੋ ਕੁਛ ਲਾਲ ਕਿਲ੍ਹੇ 'ਚ ਹੋਇਆ ਉਹ ਕੀ ਸੀ, ਜੋ ਬੈਰੀਕੇਡ ਉੱਥੇ ਤੋੜੇ ਗਏ, ਰੂਟ ਨੂੰ ਵਾਇਲੇਟ ਕੀਤਾ ਗਿਆ, ਇਹ ਗੱਲਾਂ ਵਾਰ-ਵਾਰ ਤਾਂ ਉਹਨਾਂ ਦੇ ਸਾਹਮਣੇ ਆਉਣਗੀਆਂ ਹੀ ਨਾ। ਔਰ ਦੂਸਰਾ ਇੱਕ ਹੋਰ ਵੀ ਹੈ ਨਾ ਜਿਸ ਨੁਕਤੇ ਤੋਂ ਉਹਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਇਸ ਅੰਦੋਲਨ ਹੈ, ਇਹਦੀ ਸਟਰੈਂਥ ਇਸ ਗੱਲ ਦੇ ਵਿੱਚ ਸੀ, ਇੱਕ ਤਾਂ ਪੀਸ ਵਾਲੇ 'ਚ, ਦੂਸਰਾ ਇਹ ਜੇ ਵਾਕਈ ਹੀ ਕੋਈ ਚੇਂਜ ਜਾਂ ਪ੍ਰੈਸ਼ਰ ਗਵਰਨਮੈਂਟ 'ਤੇ ਕ੍ਰੀਏਟ ਕਰ ਸਕਦਾ, ਉਹ ਤਦ ਹੀ ਸੀਗਾ ਜੇ ਪੂਰੇ ਇੰਡੀਆ 'ਚੋਂ ਇਹਨੂੰ ਸਪੋਰਟ ਮਿਲੇ। ਕਿਉਂਕਿ ਕੋਈ ਵੀ ਅੰਦੋਲਨ ਹੈ ਸ਼ੁਰੂ ਇੱਕ ਥਾਂ ਤੋਂ ਹੁੰਦਾ, ਫਿਰ ਹੌਲੀ-ਹੌਲੀ ਫੈਲਦਾ ਹੁੰਦਾ। ਸੋ ਇਸ ਅੰਦੋਲਨ 'ਚ ਉਹ ਪੋਟੈਂਸ਼ੀਅਲ ਹੈ ਕਿਉਂਕਿ ਕਿਸਾਨਾਂ ਦਾ ਅੰਦੋਲਨ ਹੈ। ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਜੋ ਇੰਡੀਆ ਦਾ ਇਸ ਵੇਲੇ ਕੌਨਟੈਕਸਟ ਹੈ, ਉਹਦੇ 'ਚ ਜਿਹੜਾ ਬਾਕੀ ਮੁਲਕ ਦਾ ਕਿਸਾਨ ਹੈ ਉਹਨੂੰ ਡਰਾਉਣ ਵਾਸਤੇ ਖਾਲਿਸਤਾਨ ਦਾ ਦਿਖਾਵਾ ਦਿਖਾ ਕੇ, ਇਹ ਫੋਟੋਆਂ ਦਿਖਾ ਕੇ ਜਿਹੜੀਆਂ ਆਈਆਂ ਨੇ,
ਸਰਕਾਰੀ ਪ੍ਰਚਾਰ ਮਸ਼ੀਨਰੀ ਕੋਲ ਆ ਜਿਹੜਾ ਤੰਤਰ ਹੈ, ਉਹਦੇ ਕੋਲ ਇੱਕ ਐਸਾ ਮਟੀਰੀਅਲ ਹੋ ਗਿਆ ਜਿਨ੍ਹਾਂ ਦੇ ਸਿਰ ਤੇ ਉਹ ਪੰਜਾਬ ਜਾਂ ਹਰਿਆਣੇ ਤੋਂ ਬਾਹਰ ਦੇ ਕਿਸਾਨਾਂ ਨੂੰ ਡਰਾ ਸਕਦੇ ਨੇ। ਸੋ ਉਸ ਪੱਖੋਂ ਇਹ ਜਿਹੜਾ ਸੈਟਬੈਕ ਹੈ। ਅੱਛਾ, ਜਿਹੜੇ ਹੁਣ ਕਿਸਾਨ ਅੰਦੋਲਨ ਹੈਗਾ, ਜਿਵੇਂ ਹੁਣ ਕਿਸਾਨ ਏਕਤਾ ਮੋਰਚਾ, ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਹੈ, ਉਹਨਾਂ ਨੇ ਕ੍ਰਿਟਿਸਿਜ਼ਮ ਕਰਤਾ ਕਿ ਵੀ ਹਾਂ ਅਸੀਂ ਇਹਨੂੰ ਸਪੋਰਟ ਨਹੀਂ ਕਰਦੇ, ਤੇ ਕੁਝ ਚੁਣਿੰਦਾ ਲੋਕ ਸੀਗੇ ਜਿਨ੍ਹਾਂ ਨੇ ਇਹ ਸ਼ਰਾਰਤ ਕੀਤੀ ਹੈ ਜਾਂ ਇੱਦਾਂ ਦੀਆਂ ਘਟਨਾਵਾਂ ਹੋਈਆਂ ਨੇ। ਪਰ ਹੁਣ ਓਵਰਆਲ ਅੰਦੋਲਨ ਦੇ ਤੌਰ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਅਪਰੋਚ ਹੋਣੀ ਚਾਹੀਦੀ ਹੈ ਇਸ ਸਾਰੀ ਘਟਨਾ ਨੂੰ? ਦੇਖੋ ਹੁਣ ਆਪਾਂ ਤਾਂ ਮਤਲਬ ਉਹੀ ਚੀਜ਼ਾਂ ਨੂੰ ਐਨਾਲਾਈਜ਼ ਕਰ ਰਹੇ ਜਿਹੜੀਆਂ ਆ ਰਹੀਆਂ ਨੇ ਜੀ। ਸੋ ਕਾਫੀ ਲੋਕਾਂ ਨਾਲ ਮੈਂ ਗੱਲ ਕੀਤੀ ਜਿਹੜੇ ਬੰਦੇ ਪੋਲਿਟਿਕਸ ਨੂੰ ਅੰਡਰਸਟੈਂਡ ਕਰਦੇ ਨੇ, ਪੋਲਿਟਿਕਸ ਨੂੰ ਐਕਸਪਲੇਨ ਕਰਦੇ ਨੇ, ਪੋਲੀਟੀਕਲ ਇਸ਼ੂਜ਼ ਨੂੰ ਜੀ। ਉਹਨਾਂ ਦੀਆਂ ਜਿਹੜਾ ਇੱਕ ਓਪੀਨੀਅਨ ਉਹਨਾਂ ਦਾ ਇਹ ਹੈ ਕਿ ਕਿਸਾਨਾਂ ਨੂੰ ਹੁਣ ਕਿਸਾਨ ਲੀਡਰਸ਼ਿਪ ਨੂੰ ਇੱਕ ਲਕੀਰ ਖਿੱਚਣੀ ਪਏਗੀ, ਕਿਉਂਕਿ ਇਸ ਅੰਦੋਲਨ ਦੀ ਇੱਕ ਲਿਮਿਟ ਸਮਝ ਲਓ ਜਾਂ ਇਹਦੀ ਸਟਰੈਂਥ ਸਮਝ ਲਓ ਕਿ ਇਸ ਅੰਦੋਲਨ 'ਚ ਜੋ ਆ ਰਹੇ ਸੀ ਉਹ ਸਾਰੇ ਕਿਸਾਨ ਲੋਕ ਨਹੀਂ ਸੀਗੇ ਜੀ, ਜਾਂ ਉਹ ਸਾਰੇ ਉਹ ਲੋਕ ਨਹੀਂ ਸੀ ਜਿਹੜੇ ਕਿਸਾਨ ਯੂਨੀਅਨ ਦੇ ਮੈਂਬਰ ਸੀ। ਇਹੋ ਜਿਹੇ ਵੀ ਲੋਕ ਆ ਗਏ ਜਿਹੜੇ ਹੋਰ ਉਹਨਾਂ ਦੀ ਜਿਹੜੀ ਡਿਫਰੈਂਟ ਤਰ੍ਹਾਂ ਦੀ ਬੈਕਗਰਾਊਂਡ ਹੈ, ਡਿਫਰੈਂਟ ਰੀਜ਼ਨ ਕਰਕੇ ਇਸ ਮੂਵਮੈਂਟ 'ਚ ਆਏ ਜੀ। ਜਿਵੇਂ ਜਿਨ੍ਹਾਂ ਦੇ ਹੁਣ ਸਾਰੀ ਚਰਚਾ ਹੋ ਰਹੀ ਹੈ, ਦੀਪ ਸਿੱਧੂ ਹੈ, ਲੱਖਾ ਸਿਧਾਣਾ ਹੈ, ਹੋਰ ਕਈ ਲੋਕ ਨੇ। ਸੋ ਇਸ ਅੰਦੋਲਨ ਨੂੰ ਕਿਉਂਕਿ ਆਮ ਕਰਕੇ ਜਿਹੜੇ ਸਾਰੇ ਅੰਦੋਲਨ ਹੁੰਦੇ ਨੇ ਖਾਸ ਕਰਕੇ ਇੱਦਾਂ ਦੇ ਜੀ ਕਿਸੇ ਖਾਸ ਵਰਗ ਦੇ ਜਿਹੜੇ ਇਕਨੋਮਿਕ ਇਸ਼ੂਜ਼ ਦੇ ਉੱਤੇ, ਉਹਨਾਂ ਦੀਆਂ ਮੰਗਾਂ ਦੇ ਉੱਤੇ ਇਹ ਅੰਦੋਲਨ ਹੈ, ਤੇ ਉਹ ਲੋਕ ਵੀ ਇਸ ਅੰਦੋਲਨ 'ਚ ਆ ਗਏ ਜਿਨ੍ਹਾਂ ਦਾ ਏਜੰਡਾ ਕੋਈ ਹੋਰ ਸੀਗਾ। ਸੋ ਇਹਨਾਂ ਚੀਜ਼ਾਂ ਬਾਰੇ ਉਹਨਾਂ ਨੂੰ ਲਕੀਰ ਖਿੱਚਣੀ ਪਏਗੀ ਹੁਣ ਕਿ ਜਿਨ੍ਹਾਂ ਲੋਕਾਂ ਨੇ ਇਹ ਵਾਇਲੇਸ਼ਨ ਕੀਤੀ ਹੈ, ਇਸ ਅੰਦੋਲਨ ਨੂੰ ਇੰਨਾ ਵੱਡਾ ਸੱਟ ਮਾਰੀ ਹੈ, ਕਿਉਂਕਿ ਉਹ ਆਏ ਕਿਸੇ ਡਿਫਰੈਂਟ ਪਰਪਜ਼ ਨਾਲ ਸੀ, ਉਹਨਾਂ ਤੋਂ ਆਪਣੇ ਆਪ ਨੂੰ ਅਲੱਗ ਕਰਨਾ ਪਊਗਾ ਕਿ ਇਹਨਾਂ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ। ਔਰ ਈਵਨ ਉਸ ਜਿਹੜੀ ਪੰਧੇਰ ਤੇ ਪੰਨੂ ਵਾਲੀ ਯੂਨੀਅਨ ਹੈ ਜੀ, ਉਹਨੇ ਵੀ ਬਹੁਤ ਵੱਡੀ ਵਾਇਲੇਸ਼ਨ ਕੀਤੀ ਹੈ, ਉਹ ਵੀ ਇਕੁਅਲੀ ਜ਼ਿੰਮੇਵਾਰ ਨੇ ਇਸ ਸੈਟਬੈਕ ਲਈ ਕਿ ਇਹਨਾਂ ਨੂੰ ਆਪਣੇ ਆਪ ਨੂੰ ਅਲੱਗ ਕਰਨਾ ਪਏਗਾ। ਇਹ ਬੰਦੇ ਵੀ ਅਸੀਂ ਇਹਨਾਂ ਦੇ ਕੋਈ ਜਿਨ੍ਹਾਂ ਨਾਲ ਵੀ ਮੈਂ ਗੱਲ ਕੀਤੀ, ਉਹ ਸਾਰੇ ਬੰਦੇ ਈਵਨ ਆ ਪੋਲੀਟੀਕਲੀ ਉਸ ਤਰ੍ਹਾਂ ਦੀ ਥਿੰਕਿੰਗ ਵਾਲੇ ਵੀ ਨੇ ਕਈ ਵਿੱਚ, ਜਿਹੜੇ ਜਿਸ ਤਰ੍ਹਾਂ ਦੀ ਇਹ ਗੱਲ ਕਰਦੇ ਨੇ। ਪਰ ਜਿਹੜੀ ਓਨੈਸਟੀ, ਇੱਕ ਪੋਲੀਟੀਕਲ ਵਿਵਹਾਰ ਦੀ ਓਨੈਸਟੀ ਹੈ ਜਾਂ ਜਿਹੜਾ ਇੱਕ ਐਥੀਕਲ ਪੋਲਿਟਿਕਸ ਹੈ, ਉਹ ਇਹ ਮੰਗ ਕਰਦੀ ਹੈ ਕਿ ਜੇ ਤੁਸੀਂ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀਆਂ ਜਥੇਬੰਦੀਆਂ ਨੇ ਅੰਦੋਲਨ ਖੜਾ ਕੀਤਾ, ਜਿਹੜੀਆਂ ਜਥੇਬੰਦੀਆਂ ਇਹ ਅੰਦੋਲਨ ਲੜ ਰਹੀਆਂ ਨੇ, ਜੇ ਉਹਨਾਂ ਦੇ ਟੈਕਟਿਕਸ ਨਾਲ, ਉਹਨਾਂ ਦੀ ਅਪਰੋਚ ਨਾਲ ਤੁਸੀਂ ਸਹਿਮਤ ਨਹੀਂ, ਤੇ ਤੁਸੀਂ ਵੈਸੇ ਵੀ ਕੋਈ ਹੋਰ ਏਜੰਡਾ ਵੱਡੇ ਕਿਸੇ ਕਾਜ਼ ਲਈ ਲੜ ਰਹੇ ਹੋ, ਤੇ ਤੁਸੀਂ ਆਪਣਾ ਅਲੱਗ ਮੋਰਚਾ ਸ਼ੁਰੂ ਕਰ ਲਓ। ਸ਼ਮੀਲ ਜੀ, ਜੇ ਆਪਾਂ ਕਿਸੇ ਵੀ ਅੰਦੋਲਨ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਉਹਦੇ ਵਿੱਚ ਦੋ ਤਰੀਕੇ ਦੇ ਲੋਕ ਹੁੰਦੇ ਨੇ, ਐਕਸਟ੍ਰੀਮਿਸਟ ਵੀ ਹੁੰਦੇ ਨੇ ਤੇ ਮੋਡਰੇਟਸ ਵੀ ਹੁੰਦੇ ਨੇ। ਸੋ ਇਸ ਅੰਦੋਲਨ ਦੇ ਵਿੱਚ ਵੀ ਕੁਝ ਕੁ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਦੀਪ ਸਿੱਧੂ ਦੀ ਗੱਲ ਕੀਤੀ ਹੈ, ਕੁਝ ਨੌਜਵਾਨ ਜਿਹੜਾ ਤਬਕਾ ਉਹਨਾਂ ਨਾਲ ਜੁੜਿਆ ਹੋਇਆ, ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਹੈ ਕਿ ਥੋੜੀ ਅਗਰੈਸਿਵ ਅਪਰੋਚ ਜਿਹੜੀ ਹੈ ਉਹ ਚਾਹੀਦੀ ਹੈ ਇਸ ਅੰਦੋਲਨ ਦੀ, ਕਿਉਂਕਿ ਜਿਹੜੇ ਮੋਡਰੇਟਸ ਨੇ ਉਹ ਪ੍ਰੇਅਰਸ ਐਂਡ ਪਟੀਸ਼ਨਸ ਤੇ ਸਰਕਾਰ ਨਾਲ ਗੱਲਾਂ ਬਾਤਾਂ, ਕਾਗਜ਼ੀ ਕਾਰਵਾਈਆਂ, 11 ਮੀਟਿੰਗਸ ਹੋ ਚੁੱਕੀਆਂ ਨੇ, ਕੁਝ ਨਤੀਜਾ ਨਹੀਂ ਨਿਕਲਿਆ। ਸੋ ਇਸ ਪੱਖੋਂ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਅੰਦੋਲਨ 'ਚ ਜਿਹੜੇ ਮੇਰੇ ਹਿਸਾਬ ਨਾਲ ਉਹ ਇੱਥੇ ਲਾਗੂ ਨਹੀਂ ਹੁੰਦੀ ਚੀਜ਼ ਇਸ ਕੰਟੈਕਸਟ ਦੇ ਵਿੱਚ। ਜਿੱਥੋਂ ਤੱਕ ਤਾਂ ਆਪਾਂ ਇਹ ਲਾਗੂ ਹੁੰਦੀ ਹੈ, ਆਪਾਂ ਮੰਨ ਸਕਦੇ ਹਾਂ ਜਿਹੜੀ ਮਾਝੇ ਵਾਲੀ ਜਥੇਬੰਦੀ ਹੈ, ਪੰਨੂ ਤੇ ਪੰਧੇਰ ਵਾਲੀ ਜੀ, ਉਹਨਾਂ ਨੇ ਡਿਫਰੈਂਟ ਅਪਰੋਚ ਲਈ, ਉਹ ਮੰਨ ਸਕਦੇ ਕਿ ਅੰਦਰ ਇੱਕ ਗਰਮ ਤੇ ਨਰਮ ਅਪਰੋਚ ਦਾ ਡਿਫਰੈਂਸ ਨੇ, ਪਰ ਉਹ ਵੀ ਫੈਸਲਾ ਲੈਣ ਤੋਂ ਪਹਿਲਾਂ ਹੁੰਦੇ ਨੇ। ਜਦੋਂ ਫੈਸਲਾ ਇੱਕ ਵਾਰ ਹੋ ਗਿਆ, ਉਸ ਤੋਂ ਬਾਅਦ ਉਹ ਵਾਇਲੇਟ ਨਹੀਂ ਹੋਣੇ ਚਾਹੀਦੇ। ਤੇ ਪਰ ਜਿੱਥੋਂ ਤੱਕ ਇਹ ਜਿਹੜੇ ਦੂਸਰੇ ਗਰੁੱਪ ਨੇ, ਇਹ ਤੇ ਈਵਨ ਕਿਸਾਨ ਅੰਦੋਲਨ ਦਾ ਉਸ ਤਰ੍ਹਾਂ ਹਿੱਸਾ ਵੀ ਨਹੀਂ, ਇਹ ਕਿਹੜੇ ਕੋਈ ਕਿਸਾਨ ਜਥੇਬੰਦੀ ਚਲਾ ਰਹੇ ਨੇ ਜਾਂ ਇਹ ਕੋਈ ਮਤਲਬ ਇਹਨਾਂ ਦੀ ਕੋਈ ਉਸ ਤਰ੍ਹਾਂ ਦੀ ਬੈਕਗਰਾਊਂਡ ਹੈ। ਇਹ ਤਾਂ ਜਸਟ ਇੱਕ ਸੋਲੀਡੈਰਿਟੀ ਦੇ ਤੌਰ ਤੇ ਆਏ ਸੀ, ਔਰ ਇਕੱਲੇ ਸੋਲੀਡੈਰਿਟੀ ਦੇ ਤੌਰ ਤੇ ਨਹੀਂ ਆਏ, ਨਾਲ ਆਪਣਾ ਇੱਕ ਏਜੰਡਾ ਲੈ ਕੇ ਆਏ ਨੇ। ਕਿਸੇ ਦਾ ਕੋਈ ਪੰਜਾਬ ਦੇ ਵਿੱਚ ਪੋਲਿਟਿਕਸ ਕਰਨ ਦਾ ਹੋ ਸਕਦਾ, ਕਿਸੇ ਦਾ ਪੰਜਾਬ ਦੇ ਵੱਧ ਅਧਿਕਾਰਾਂ ਦਾ ਹੋ ਸਕਦਾ, ਕਿਸੇ ਦਾ ਕੋਈ ਕੁਛ ਹੋ ਸਕਦਾ, ਕੋਈ ਪੰਥਕ ਨਜ਼ਰੀਏ ਨਾਲ ਦੇਖ ਰਿਹਾ ਸਾਰੀਆਂ ਚੀਜ਼ਾਂ ਨੂੰ। ਹੁਣ ਇਹ ਸਾਰੀਆਂ ਚੀਜ਼ਾਂ ਨੇ ਆਪਣੀ ਥਾਂ ਤੇ ਠੀਕ ਹੋ ਸਕਦੀਆਂ, ਪਰ ਇਹ ਤੁਹਾਡਾ ਏਜੰਡਾ ਹੈ। ਇਹ ਕੋਈ ਕਿਸਾਨ ਜਿਹੜੇ ਕਰ ਰਹੇ ਨੇ ਉਹ ਤਾਂ ਬੜੇ ਕਲੀਅਰ ਨੇ ਕਿ ਆਪਣੀਆਂ ਉਹ 3 ਕਾਨੂੰਨ ਰੱਦ ਕਰਾਉਣ ਲਈ ਅੰਦੋਲਨ ਕਰ ਰਹੇ ਨੇ, ਇਸ ਤੋਂ ਬਿਨਾਂ ਤਾਂ ਉਹਨਾਂ ਨੇ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੋਰ। ਬਿਲਕੁਲ। ਸੋ ਬੇਸਿਕਲੀ ਉਸ ਜੇ ਮਰਿਆਦਾ ਇਹ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਕਿਸੇ ਦੀ ਹਮਾਇਤ ਕਰ ਰਹੇ ਹੋ, ਤਾਂ ਤੁਸੀਂ ਹਮਾਇਤ, ਜੇ ਤੁਹਾਨੂੰ ਠੀਕ ਲੱਗਦਾ ਕਿ ਉਹਨਾਂ ਦਾ ਅੰਦੋਲਨ, ਉਹਨਾਂ ਦੀਆਂ ਮੰਗਾਂ ਜਾਇਜ਼ ਨੇ, ਤੁਸੀਂ ਹਮਾਇਤ ਕਰੋ, ਇਹ ਸੋਚ ਕੇ ਅਸੀਂ ਕਿ ਉਹਨਾਂ ਦੀ ਹਮਾਇਤ ਕਰ ਰਹੇ ਹਾਂ। ਉਹਨਾਂ ਨੂੰ ਤੁਸੀਂ ਡਿਕਟੇਟ ਕਰਨ ਤਾਂ ਨਾ ਹੋ ਕਿ ਤੁਸੀਂ ਮਤਲਬ ਹਮਾਇਤ ਵੀ ਕਰ ਰਹੇ ਹੋ। ਪਹਿਲੀ ਗੱਲ ਤਾਂ ਤੁਸੀਂ ਉਹਨਾਂ ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਹੋ। ਫਿਰ ਤੁਸੀਂ ਬਾਹਰੋਂ ਸੋਲੀਡੈਰਿਟੀ ਦੇ ਤੌਰ ਤੇ ਹਮਾਇਤ ਕਰ ਰਹੇ ਹੋ, ਪਰ ਤੁਸੀਂ ਗੱਲ ਇੱਦਾਂ ਕਰਦੇ ਹੋ ਕਿ ਜਿਵੇਂ ਅਸੀਂ ਬਰਾਬਰ ਦੀ ਧਿਰ ਹੁੰਦੇ ਹਾਂ,
ਕਿਉਂਕਿ ਕਿਸਾਨ ਜਥੇਬੰਦੀਆਂ ਨੇ ਤਾਂ ਕਦੇ ਵੀ ਉਹ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਮੰਗਾਂ, ਜਿਹੜੇ ਜਿਸ ਤਰ੍ਹਾਂ ਦੀਆਂ ਗੱਲਾਂ ਵੇਗ ਇਹਨਾਂ ਨੇ ਕੋਈ ਆਪਣਾ ਪ੍ਰੋਗਰਾਮ ਵੈਸੇ ਬਹੁਤ ਕਲੀਅਰ ਤਾਂ ਕੀਤਾ ਨਹੀਂ, ਪਰ ਇਹਨਾਂ ਦਾ ਤੇ ਕੁਝ ਡਿਫਰੈਂਟ ਏਜੰਡਾ, ਜਿੰਨੀ ਕੁ ਮਾੜੇ ਮੋਟੇ ਇਹਨਾਂ ਦੇ ਬਿਆਨ ਆਏ ਨੇ, ਉਸ ਤੋਂ ਲੱਗਦਾ ਕਿ ਇਹਨਾਂ ਦਾ ਕੋਈ ਹੋਰ ਏਜੰਡਾ ਜਿਹੜਾ ਆਪਣੀ ਥਾਂ ਤੇ ਠੀਕ ਹੋ ਸਕਦਾ, ਪਰ ਉਸ ਅੰਦੋਲਨ ਨੂੰ, ਉਹਨਾਂ ਗੱਲਾਂ ਨੂੰ ਉਹ ਆਪਣੇ ਪਲੇਟਫਾਰਮ ਤੇ ਲੜਨ। ਇਹ ਬੜਾ ਕਨਫਿਊਜ਼ਨ ਸੀਗਾ, ਔਰ ਇਹਦੇ ਲਈ ਕਿਸਾਨ ਜਥੇਬੰਦੀਆਂ ਵੀ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਕਲੀਅਰ ਹੋਣਾ ਚਾਹੀਦਾ ਸੀਗਾ ਕਿ ਉਹਨਾਂ ਦੀ ਜਿਹੜੀ ਨੇੜਤਾ ਹੈ ਉਹਨਾਂ ਲੋਕਾਂ ਨਾਲ ਹੀ ਹੋਣੀ ਚਾਹੀਦੀ ਸੀ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਾਂ ਜਿਨ੍ਹਾਂ ਦੀ ਆਪਸ 'ਚ ਕੋਈ ਉਸ ਤਰ੍ਹਾਂ ਦੀ ਸਾਂਝ ਹੈ। ਔਰ ਵੈਸੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਇਹਨਾਂ ਨੂੰ ਸਟੇਜ ਤੇ ਅਕੋਮੋਡੇਟ ਵੀ ਨਹੀਂ ਸੀ ਕੀਤਾ, ਸ਼ਾਇਦ ਇਸੇ ਕਰਕੇ ਕਿ ਇਹ ਉਸ ਲਿਮਿਟ ਤੋਂ ਬਾਹਰ ਜਾ ਰਹੇ ਸੀ। ਸੋ ਉਹ ਜਿਹੜੀ ਗੱਲ ਹੈਗੀ ਆ, ਵੀ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਗਰਮ ਸਰਦ ਵਾਲੀ ਗੱਲ ਹੁੰਦੀ ਹੈ ਕਿ ਕੁਝ ਗਰਮ ਹੁੰਦੇ ਨੇ, ਕੁਝ ਨਰਮ ਖਿਆਲੀ ਹੁੰਦੇ ਆ, ਉਹ ਵੀ ਗੱਲ ਇਹਨਾਂ ਤੇ ਲਾਗੂ ਨਹੀਂ ਹੁੰਦੀ। ਉਹ ਵੀ ਆਪਾਂ ਕਿਸਾਨ ਜਥੇਬੰਦੀਆਂ ਦੇ ਅੰਦਰ ਜਿਹੜੀ, ਜਿਵੇਂ ਗੁਰਨਾਮ ਸਿੰਘ ਝੜੂਣੀ ਹੋਰਾਂ ਦੀ ਅਪਰੋਚ ਥੋੜੀ ਜਿਹੀ ਅਗਰੈਸਿਵ ਰਹੀ ਹੈ ਜਾਂ ਮਾਝੇ ਵਾਲਿਆਂ ਨੇ ਦਿਖਾਈ ਹੈ, ਤੇ ਉਹ ਵੀ ਗੱਲਾਂ ਉਦੋਂ ਹੁੰਦੀਆਂ ਨੇ ਜਦੋਂ ਹਾਲੇ ਤੁਸੀਂ ਫੈਸਲਾ ਕਰ ਰਹੇ ਹੋ। ਜਦੋਂ ਫੈਸਲਾ ਹੋ ਗਿਆ, ਫੈਸਲਾ ਹੋਣ ਤੋਂ ਬਾਅਦ ਜੇ ਤੁਸੀਂ ਵਾਇਲੇਟ ਕਰਦੇ ਹੋ ਤਾਂ ਇਹ ਬੜਾ ਹੀ ਖਤਰਨਾਕ ਅਪਰੋਚ ਹੈ। ਔਰ ਜਿਸ ਤਰ੍ਹਾਂ ਇਹ ਮਾਝੇ ਵਾਲੀ ਜਥੇਬੰਦੀ ਨੇ ਕੀਤਾ, ਇਹਨਾਂ ਦਾ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਕਸੂਰ ਹੈ ਜਾਂ ਜਿਹੜੀ ਜ਼ਿੰਮੇਵਾਰੀ ਹੈ, ਇਹ ਸਾਰਾ ਜੋ ਝਟਕਾ ਲੱਗਿਆ ਉਹ ਇਹਨਾਂ ਨਾਲੋਂ ਵੀ ਵੱਡੀ ਹੈ, ਕਿਉਂਕਿ ਉਹ ਤਾਂ ਇੱਕ ਕਿਸਾਨ ਜਥੇਬੰਦੀ ਸੀ ਬੇਸ਼ੱਕ, ਔਰ ਉਹਨਾਂ ਦੇ ਕੱਲਿਆਂ ਦੀ ਇਸ ਅਪਰੋਚ ਕਰਕੇ ਜਿੰਨਾ ਝਟਕਾ ਇਸ ਅੰਦੋਲਨ ਨੂੰ ਲੱਗਿਆ ਹੈ, ਇਹ ਤਾਂ ਹੁਣ ਕਿਸਾਨ ਸੰਗਠਨਾਂ ਨੂੰ ਆਪਣੇ ਅੰਦਰ ਸੋਚਣਾ ਚਾਹੀਦਾ ਹੈ। ਹੁਣ ਬਾਹਰ ਬੈਠੇ ਜਿਹੜੇ ਉਹਨਾਂ ਦੇ ਹਮਦਰਦ ਨੇ, ਉਹਨਾਂ ਦੀ ਤੇ ਸਿਰਦਰਦੀ ਨਹੀਂ ਹੈ, ਪਰ ਇਹ ਜਿਹੜਾ ਇਸ਼ੂ ਹੈ, ਜੇ ਇਹਨੂੰ ਹੋਰ ਜਦ ਤੱਕ ਰਿਜ਼ੋਲਵ ਨਹੀਂ ਕਰਦੇ ਔਰ ਰਿਜ਼ੋਲਵ ਕੀਤੇ ਬਗੈਰ ਕਲੈਰਿਟੀ ਨਾਲ ਅੱਗੇ ਨਹੀਂ ਤੁਰਦੇ, ਉਦੋਂ ਤੱਕ ਹੁਣ ਇਸ ਝਟਕੇ ਚੋਂ ਉੱਭਰਨਾ ਵੀ ਉਹਨਾਂ ਲਈ ਬੜਾ ਮੁਸ਼ਕਲ ਹੋਏਗਾ। ਝਟਕੇ ਦੀ ਆਪਾਂ ਸ਼ਮਿਲ ਜੀ ਗੱਲ ਕਰ ਰਹੇ ਹਾਂ, ਤੇ ਇਹ ਇੱਕ ਹਿਸਟੋਰਿਕ ਅੰਦੋਲਨ ਰਿਹਾ, ਕਿਉਂਕਿ ਇਹਦੇ ਵਿੱਚ ਜਿੰਨੇ ਵੱਡੇ ਪੱਧਰ ਤੇ ਲੋਕਾਂ ਦਾ ਸਮਰਥਨ ਇਹਨੂੰ ਰਿਹਾ, ਉਹ ਮੈਨੂੰ ਨਹੀਂ ਲੱਗਦਾ ਕਿ ਵੀ ਰੀਸੈਂਟ ਹਿਸਟਰੀ 'ਚ ਕਿਸੇ ਹੋਇਆ ਹੋਊਗਾ। ਤੇ ਖਾਸ ਤੌਰ ਤੇ ਨਾਟ ਓਨਲੀ ਫਾਰਮਰਸ ਬੈਕਗਰਾਊਂਡ ਵਾਲੇ ਲੋਕ, ਪਰ ਬਹੁਤ ਸਾਰੇ ਜਿਹੜੇ ਨੌਨ ਫਾਰਮਰਸ, ਬਿਨਾਂ ਖੇਤੀ ਤੋਂ ਜਿਹੜੇ ਸੰਬੰਧਿਤ ਲੋਕ ਨੇ, ਉਹ ਉਹਨਾਂ ਨੇ ਵੀ ਬੜੇ ਵੱਡੇ ਪੱਧਰ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਇਸ ਅੰਦੋਲਨ ਨੂੰ ਸਪੋਰਟ ਕੀਤਾ। ਸੋ ਇਹ ਜਿਹੜੀਆਂ ਵੀ ਘਟਨਾਵਾਂ ਹੋਈਆਂ ਨੇ, ਇਹਨਾਂ ਦਾ ਕੀ ਕਾਰਨ ਹੈ, ਕੌਣ ਲੋਕ ਜ਼ਿੰਮੇਵਾਰ ਨੇ, ਹਜੇ ਸਿਲਸਿਲਾ ਜਾਰੀ ਹੈ, ਪਰ ਇਹਦੇ ਕਿਤੇ ਨਾ ਲੋਕਾਂ 'ਚ ਮਾਯੂਸੀ ਦਾ ਸਬਬ ਇਹ ਜ਼ਰੂਰ ਬਣੀਆਂ ਨੇ ਘਟਨਾਵਾਂ। ਸੋ ਤੁਹਾਨੂੰ ਲੱਗਦਾ ਕਿ ਵੀ ਇਸ ਮਾਯੂਸੀ ਦਾ ਕੋਈ ਹੱਲ ਹੋਊਗਾ ਤੇ ਜਿਹੜਾ ਅੰਦੋਲਨ ਹੈ ਇਹ ਆਪਣਾ ਮੋਮੈਂਟਮ ਦੁਬਾਰਾ ਉਸ ਤਰੀਕੇ ਨਾਲ ਰੀਗੇਨ ਕਰੂਗਾ? ਬਿਲਕੁਲ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਇਸ ਅੰਦੋਲਨ ਦੀ ਇੱਕ ਖਾਸੀਅਤ ਸੀਗੀ, ਆਮ ਕਰਕੇ ਅੰਦੋਲਨ ਕੋਈ ਵੀ ਗਰੁੱਪ ਲੜਦਾ ਤਾਂ ਉਸ ਗਰੁੱਪ ਨਾਲ ਜਿਹੜੇ ਜੁੜੇ ਹੋਏ ਮੈਂਬਰ ਨੇ ਉਹ ਅੰਦੋਲਨ ਲੜਦੇ ਨੇ ਜੀ। ਪਰ ਇਸ ਭਾਵੇਂ ਇਹ ਕਿਸਾਨਾਂ ਦਾ ਆਪਣੀਆਂ ਕੁਝ ਮੰਗਾਂ, ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅੰਦੋਲਨ ਸੀ, ਪਰ ਇਹਨੂੰ ਹਮਾਇਤ ਬੜੇ ਵਾਈਡਰ ਸੈਕਸ਼ਨ 'ਚੋਂ ਮਿਲ ਰਹੀ ਸੀ। ਜਿਹੜੇ ਕਿਸਾਨ ਨਹੀਂ ਵੀ, ਉਹ ਵੀ ਹਮਾਇਤ ਦੇ ਰਹੇ ਸੀ। ਹੁਣ ਪ੍ਰੋਬਲਮ ਇਹ ਆ ਗਈ ਹੈ ਕਿ ਉਹ ਤਬਕੇ 'ਚ, ਮਿਡਲ ਕਲਾਸ ਵਾਲੇ ਤਬਕੇ 'ਚ, ਸ਼ਹਿਰੀ ਤਬਕੇ 'ਚ, ਕਿਉਂਕਿ ਉਹ ਇਸ ਕਿਸਮ ਦੀ ਜਿਹੜੀਆਂ ਘਟਨਾਵਾਂ ਨੇ ਇਹ ਉਹਨਾਂ ਨੂੰ ਨਹੀਂ ਐਕਸੈਪਟ ਕਰਦਾ ਇਹ ਤਬਕਾ, ਤੇ ਔਰ ਖਾਸ ਕਰਕੇ ਪੰਜਾਬ ਤੋਂ ਬਾਹਰ ਹੀ ਹੋਰ ਵੀ ਜ਼ਿਆਦਾ ਹੋ ਸਕਦਾ, ਉਹਨਾਂ ਦੇ ਵਿੱਚ ਮਾਯੂਸੀ ਆਈ ਹੈ। ਔਰ ਅਸੀਂ ਦੇਖਿਆ ਈਵਨ ਇੱਥੇ ਵਿਦੇਸ਼ਾਂ 'ਚ ਵੀ, ਜੇ ਅਸੀਂ ਹੁਣ ਦੇਖ ਰਹੇ ਹਾਂ ਤੇ ਕਾਫੀ ਲੋਕ ਇਸ ਪੱਖੋਂ ਮਾਯੂਸ ਨੇ, ਭਾਵੇਂ ਜਿਹੜੇ ਕਿਸਾਨ ਬੈਕਗਰਾਊਂਡ ਵਾਲੇ ਨੇ ਉਹ ਵੀ ਮਾਯੂਸ ਨੇ। ਸੋ ਹੁਣ ਇਹ ਮਾਯੂਸੀ ਕਿਵੇਂ ਦੂਰ ਹੋ ਸਕਦੀ, ਕਿ ਦੁਬਾਰਾ ਉਸੇ ਤਰ੍ਹਾਂ ਦਾ ਜੋਸ਼ ਜਾਂ ਆਸਾਂ ਉਮੀਦਾਂ ਇਸ ਅੰਦੋਲਨ ਨੂੰ ਲੈ ਕੇ ਹੋ ਸਕਦੀਆਂ, ਇਹ ਹੁਣ ਕਿਸਾਨ ਲੀਡਰਸ਼ਿਪ ਦੀ ਸਕਿੱਲ ਤੇ ਡਿਪੈਂਡ ਕਰਦਾ। ਇੰਨਾ ਕੁ ਜ਼ਰੂਰ ਮੈਂ ਸਮਝਦਾ, ਜਿੰਨੇ ਕੁ ਲੋਕਾਂ ਨਾਲ ਗੱਲ ਕੀਤੀ ਹੈ, ਕਿ ਇਹਨਾਂ ਨੂੰ ਹੁਣ ਆਪਣੀ ਸਟ੍ਰੈਟਜੀ ਜ਼ਰੂਰ ਬਦਲਣੀ ਪਏਗੀ। ਇਹ ਜਿਹੜੇ ਬਹੁਤੇ ਅਗਰੈਸਿਵ ਅਪਰੋਚ ਵਾਲੇ ਲੋਕ ਨੇ, ਔਰ ਖਾਸ ਕਰਕੇ ਬਾਹਰੋਂ ਸਲਾਹਾਂ ਦੇਣ ਵਾਲੇ, ਉਹਨਾਂ ਤੋਂ ਤਾਂ ਜ਼ਰੂਰ ਉਹਨਾਂ ਨੂੰ ਪਾਸੇ ਹੋਣਾ ਪਊਗਾ, ਕਿਉਂਕਿ ਉਹਨਾਂ ਨੇ ਜੇ ਦੁਬਾਰਾ ਕੌਨਫੀਡੈਂਸ ਗੇਨ ਕਰਨਾ ਤਾਂ ਉਹਨਾਂ ਨੂੰ ਜ਼ਿਆਦਾ ਪੀਸਫੁਲ, ਜ਼ਿਆਦਾ ਡੈਮੋਕ੍ਰੈਟਿਕ ਜਿਹੜੇ ਤਰੀਕੇ ਨੇ, ਸਟ੍ਰੈਟਜੀ ਨੇ ਅੰਦੋਲਨ ਲੜਨ ਦੀਆਂ, ਜਿਵੇਂ ਜੇਲ੍ਹ ਭਰੋ ਹੋ ਸਕਦਾ ਹੈ, ਜਾਂ ਜਿਹੜੇ ਨੌਨ ਕੋਆਪਰੇਸ਼ਨ ਦੇ ਤਰੀਕੇ ਨੇ, ਬਹੁਤ ਸਾਰੇ ਤਰੀਕੇ ਨੇ ਜਿਹੜੇ ਲੋਕ ਪੀਸਫੁਲ ਅੰਦੋਲਨ ਕਰਦੇ ਨੇ। ਇਹੋ ਜਿਹੇ ਅੰਦੋਲਨ ਲੰਬੇ ਚੱਲਦੇ ਨੇ, ਔਰ ਲੰਬੇ ਅੰਦੋਲਨ ਕਰਨ ਲਈ ਕਿਸਾਨ ਜਥੇਬੰਦੀਆਂ ਤਿਆਰ ਹੀ ਨੇ। ਸੋ ਉਸ ਤਰੀਕੇ ਨਾਲ ਇਹ ਅੰਦੋਲਨ ਲੜਨਾ ਪਊਗਾ ਤਾਂ ਕਿ ਉਹ ਲੋਕਾਂ ਦੀ ਸਿੰਪਥੀ ਗੇਨ ਕਰਨ। ਇਹ ਜਿਹੜੇ ਬਹੁਤੀ ਅਗਰੈਸਿਵ ਅਪਰੋਚ ਵਾਲੇ ਬੰਦੇ ਨੇ ਨਾ ਜੀ, ਇਹ ਤੁਹਾਡੇ ਹਮਾਇਤੀ ਵੀ ਹੋਣ, ਇਹ ਹਮਾਇਤੀ ਵੀ ਮਾੜੇ ਨੇ। ਸੋ ਮੇਰਾ ਖਿਆਲ ਹੈ ਵੀ ਹੁਣ ਉਹਨਾਂ ਦਾ ਰਸਤਾ ਥੋੜ੍ਹਾ ਜਿਹਾ ਲੰਬਾ ਹੋ ਗਿਆ ਜੀ, ਥੋੜ੍ਹਾ ਡਿਫਿਕਲਟ ਵੀ ਹੋ ਗਿਆ। ਉਹਨੂੰ ਬਹੁਤ ਸਾਰੇ ਅਣਚਾਹੇ ਸਵਾਲਾਂ ਦਾ ਜਵਾਬ ਵੀ ਦੇਣਾ ਪੈਣਾ, ਪਰ ਜੇ ਉਹ ਪੇਸ਼ੈਂਸ ਨਾਲ ਔਰ ਆਪਣੀ ਸਟ੍ਰੈਟਜੀ ਬਦਲ ਕੇ, ਬਹੁਤ ਜ਼ਿਆਦਾ ਅਗਰੈਸਿਵ ਜਿਹੜੀਆਂ ਪੋਜੀਸ਼ਨਾਂ ਨੇ ਕਿ ਪਾਰਲੀਮੈਂਟ ਦਾ ਘਿਰਾਓ ਕਰਨਾ, ਹੋਰ ਕਰਨਾ, ਇੱਦਾਂ ਦੀਆਂ ਚੀਜ਼ਾਂ ਹੁਣ ਉਹਨਾਂ ਨੂੰ ਹੈਲਪ ਨਹੀਂ ਕਰਨਗੀਆਂ। ਉਹਨਾਂ ਨੂੰ ਆਪਣੀ ਅਪਰੋਚ ਬਦਲਣੀ ਪਏਗੀ। ਸੋ ਬਹੁਤ ਸਾਰੇ ਹੋਰ ਵੀ ਪਹਿਲੂ ਨੇ ਜਿਹੜੇ ਇਸ ਦਿੱਲੀ ਵਿੱਚ ਹੋਈਆਂ ਘਟਨਾਵਾਂ ਤੋਂ ਨਿਕਲ ਕੇ ਸਾਹਮਣੇ ਆਏ ਨੇ, ਆਪਾਂ ਉਹਨਾਂ 'ਤੇ ਨਜ਼ਰ ਬਣਾ ਕੇ ਰੱਖਾਂਗੇ।
ਪਰ ਜਿੰਨੀ ਕੁ ਗੱਲ ਹੁਣ ਆਪਾਂ ਡਿਸਕਸ ਕੀਤੀ ਹੈ ਤੇ ਜਿੰਨੀ ਕੁ ਸਮਝ ਲੱਗੀ ਹੈ, ਉਸ ਤੋਂ ਇਹ ਗੱਲ ਜ਼ਰੂਰ ਸਾਫ਼ ਹੈ ਕਿ ਜਿਹੜੀਆਂ ਹੁਣ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਡੈਫੀਨੇਟਲੀ ਆਪਣੀ ਅਪਰੋਚ ਦੇ ਵਿੱਚ ਕੁਝ ਨਾ ਕੁਝ ਤਬਦੀਲੀ ਕਰਨੀ ਪਏਗੀ, ਆਪਣੀ ਸਟ੍ਰੈਟਜੀ ਦੇ ਵਿੱਚ ਕੁਝ ਤਬਦੀਲੀ ਲਿਆਉਣੀ ਪਵੇਗੀ ਤਾਂ ਕਿ ਇਹ ਜਿਹੜਾ ਅੰਦੋਲਨ ਹੈ ਇਸ ਨੂੰ ਇਹਦਾ ਮੋਮੈਂਟਮ ਦੁਬਾਰਾ ਰੀਗੇਨ ਹੋ ਸਕੇ ਤੇ ਇਹ ਸਹੀ ਦਿਸ਼ਾ ਵੱਲ ਵੱਧਦਾ ਰਹੇ। Red FM